ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁਲ ਚਾਰੀ ਨਰ ਉਦਮੀ, ਧੀਰਜ ਕਰੈ ਜੁਗ ਹੋਏ। ਤਾਹੇ ਨ ਛਾਡੈ ਲਛਮੀ, ਸਦਾ ਸਹਾਇਕ ਹੋਏ। ਕੁਲ ਚਾਰੀ ਨਰ ਉਦਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14 ਅਧਿਆਇ ਆਪਾਂ ਪੜ੍ਹ ਰਹੇ ਸੀ ਤੇ ਕੱਲ ਜਿਹੜਾ ਆਪਾਂ 5 ਕੀ ਦੋਹਰੇ ਕੀਤੇ ਸੀ, ਅੱਜ 6ਵਾਂ ਦੋਹਰਾ ਪੜ੍ਹਨ ਜਾ ਰਹੇ ਹਾਂ। ਆਓ ਆਪਾਂ ਇਹਦੀ ਜਿਹੜੀ ਵਿਚਾਰ ਆ ਉਹ ਕਰੀਏ। ਕੁਲ ਚਾਰੀ ਨਰ ਉਦਮੀ। ਜੋ ਮਨੁੱਖ ਆਪਣੇ ਪਿਤਾ ਪੁਰਖੀ ਚੰਗੀਆਂ ਰਹੁ ਰੀਤਾਂ ਅਨੁਸਾਰ ਜੀਵਨ ਚਲਾਉਂਦਾ, ਫਿਰ ਉਦਮੀ ਆ, ਆਲਸ ਤੋਂ ਬਿਨਾਂ ਆ। ਹਾਂਜੀ, ਵੀ ਜੋ ਮਨੁੱਖ ਨਾ, ਜੋ ਕੁਲ ਚਾਰੀ ਨਰ ਆ ਨਾ, ਨਰ ਨਾ ਮਨੁੱਖ ਦਾ, ਪਰ ਜੋ ਮਨੁੱਖ ਆਪਣੇ ਜਿਹੜਾ ਕੁਲ ਦਾ ਆਚਾਰ ਆ, ਕੁਲ ਦਾ ਵਿਹਾਰ ਆ, ਕੁਲ ਦੀ ਜਿਹੜੀ ਰੀਤੀ ਆ, ਖਾਨਦਾਨ ਵੱਲੋਂ ਕੋਈ ਜਿਹੜੀਆਂ ਚੰਗੇ ਕਰਮ ਅੰਗੀਕਾਰ ਕੀਤੇ ਆ ਵੀ ਆਪਾਂ ਕਰਨੇ ਆ, ਹਰ ਵਕਤ, ਹਰ ਸਾਲ, ਹਰ ਦਿਨ ਰੱਖੇ ਹੁੰਦੇ ਜਿਵੇਂ, ਜਾਂ ਪਿਤਾ ਪੁਰਖੀ ਦਾਦੇ ਪੜਦਾਦਿਆਂ ਤੋਂ ਚੰਗੀਆਂ ਰਹੁ ਰੀਤਾਂ ਚੱਲਦੀਆਂ ਹੁੰਦੀਆਂ, ਸ਼ੁਭ ਗੁਣਾਂ ਦੇ ਮਾਲਕ ਆ ਉਹ। ਹਾਂਜੀ, ਉਹ ਰਹੁ ਰੀਤਾਂ ਅਨੁਸਾਰ ਜਿਹੜਾ ਮਨੁੱਖ ਆਪਣਾ ਜੀਵਨ ਚਲਾਉਂਦਾ, ਕੁਲ ਚਾਰੀ, ਕੁਲ ਦਾ ਆਚਾਰ, ਜਿਹੜੇ ਨੇ ਕੁਲ ਦਾ ਕੋਈ ਰਹੁ ਰੀਤ ਚੱਲਦੀ ਆਉਂਦੀ ਨਾ ਵਿਹਾਰ, ਤੇ ਉਸ ਰੀਤੀ ਅਨੁਸਾਰ ਜਿਹੜਾ ਮਨੁੱਖ ਨਰ ਕਹੀਏ ਪੁਰਸ਼ ਆਪਣਾ ਜੀਵਨ ਚਲਾਉਂਦਾ, ਜੀਵਨ 'ਚ ਵਿਚਰਦਾ, ਫਿਰ ਉਦਮੀ ਆ, ਆਲਸ ਤੋਂ ਰਹਿਤ ਆ, ਆਲਸ ਨਹੀਂ ਕਰਦਾ, ਉਦਮ ਦੇ ਸਹਿਤ ਆ। ਧੀਰਜ ਧਰੈ ਜੋ ਕੋਇ, ਫਿਰ ਧੀਰਜ ਵਾਲਾ। ਹਾਂਜੀ, ਜੋ ਕੋਈ, ਅਤੇ ਜੋ ਕੋਈ ਵੀ ਜਿਹੜਾ ਕੋਈ ਧੀਰਜਤਾ ਕਰਦਾ ਵਾ, ਹੌਸਲੇ ਵਾਲਾ ਵਾ। ਧੀਰਜ ਦਾ ਅਰਥ ਹੁੰਦਾ ਹੌਸਲਾ, ਹੌਸਲੇ ਵਾਲਾ ਵਾ। ਹਾਂਜੀ, ਤੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦਾ। ਤਾਹੇ ਨਾ ਛਾਡੈ ਲਛਮੀ, ਜਿਹੜੀ ਲਛਮੀ ਆ, ਮਾਇਆ ਧਨ ਆ, ਪੈਸਾ ਵਾ, ਵਿਭੂਤੀ ਆ, ਉਹ ਤਾਹੇ ਕਹੀਏ ਉਸ ਮਨੁੱਖ ਨੂੰ ਕਦੀ ਛੱਡਦੀ ਨਹੀਂ ਆ ਜਿਹਨਾਂ ਦੇ ਉੱਪਰਲੇ ਤੁਹਾਨੂੰ ਕਰਮ ਦੱਸੇ ਆ। ਸਦਾ ਸਹਾਇਕ ਹੋਏ, ਸਗੋਂ ਹਮੇਸ਼ਾ ਹੀ ਉਹਦੀ ਸਹਾਇਤਾ ਕਰਨ ਵਾਲੀ ਹੁੰਦੀ ਆ, ਸਗੋਂ ਉਸਦੀ ਉਹ ਲਛਮੀ ਮਦਦ ਕਰਦੀ ਆ। ਜੋ ਮਨੁੱਖ ਚੰਗੇ ਕੰਮ ਕਰਨ ਵਾਲਾ, ਚੰਗੇ ਆਚਰਣ ਵਾਲਾ, ਕੁਲ ਦੇ ਆਚਰਣ ਵਾਲਾ, ਫਿਰ ਪੁਰਸ਼ਾਰਥੀ ਆ, ਉਦਮੀ ਆ, ਹੌਸਲੇ ਬੁਲੰਦ ਆ ਜਿਹਦੇ ਹੈ, ਤੇ ਹੌਸਲੇ ਬੁਲੰਦ ਵਾਲਾ ਇਨਸਾਨ ਕਦੀ ਭੁੱਖਾ ਨਹੀਂ ਰਹਿੰਦਾ, ਕਦੀ ਕਾਹਲਾ ਨਹੀਂ ਪੈਂਦਾ। ਤੇ ਉਸ ਨੂੰ ਤਾਹੇ ਨਾ, ਉਸ ਨੂੰ ਜਿਹੜੀ ਆ ਲਛਮੀ ਧਨ ਦੌਲਤ ਨਹੀਂ ਕਦੀ ਛੱਡਦਾ, ਸਦਾ ਸਗੋਂ ਸਹਾਇਤਾ ਕਰਦੀ ਆ, ਮਦਦ ਕਰਦੀ ਆ, ਭਾਵ ਸਦਾ ਹੀ ਇਹਦੇ ਲਛਮੀ ਦਾ ਵਾਸਾ ਰਹਿੰਦਾ। ਸੋ ਧੀਰਜ ਰੱਖਣੀ ਚਾਹੀਦੀ ਹੈ, ਸ਼ੁਭ ਗੁਣ ਗ੍ਰਹਿਣ ਕਰਨੇ ਚਾਹੀਦੇ, ਕੁਲ ਦੀ ਰੀਤੀ ਅਨੁਸਾਰ ਚੱਲੇ ਤੇ ਉਦਮੀ ਰਹੇ। ਕੁਲ ਦਾ ਵੀ ਆਚਰਣ ਚੰਗਾ ਹੀ ਹੋਵੇ, ਇਹਨਾਂ ਕੁਲ ਦੀ ਰੀਤੀ ਚੋਰੀ ਚਾਰੀ ਦੀ ਹੋਵੇ ਤਾਂ ਉਹ ਵੀ ਕਰਨ ਲੱਗ ਪਵੇ। ਸ਼ੁਭ ਗੁਣ ਜਿਹੜੀ ਕੁਲ ਦੇ ਵਿੱਚ ਚੰਗੇ ਆਚਰਣ, ਉਹਦੀ ਗੱਲ ਆ। ਦੋਹਰਾ ਗੰਧਰਵ ਵਿਦਿਆ ਸੁਰ ਸਹਿਤ, ਗੰਧਰਵ ਵਿਦਿਆ ਕਹਿੰਦਾ ਰਾਗ ਵਿਦਿਆ ਨੂੰ। ਜਿਹੜੀ ਆ ਵੀ ਬ੍ਰਹਮਾ ਤੋਂ ਮੰਨੀਆਂ ਕਿਸੇ ਨੇ ਗੰਧਰਵਾਂ ਦੀ ਜਿਹੜੀ ਪਦਾਇਸ਼, ਕਿਸੇ ਨੇ ਜਿਹੜਾ ਅਰਿਸ਼ਟਾ ਦੇਵਤਾ ਉਹ ਤੋਂ ਮੰਨੀ ਆ। ਤੇ ਗੰਧਰਵ ਹੈਗੇ ਦੇਵ ਲੋਕ ਦੇ ਗਵਈਏ, ਰਾਗ ਵਿਦਿਆ ਜਾਣਨ ਵਾਲੇ। ਗੰਧਰਵ ਹੈਗੇ ਆ ਕੌਣ? ਦੇਵ ਲੋਕ ਦੇ ਗਵਈਏ।
ਜਿੱਦਾਂ ਮੈਂ ਪਿਛੇ ਵੀ ਦੱਸਿਆ ਵੀ ਥਰਬਨ ਵਿੱਚ ਨਾ ਇਹਨਾਂ ਦੀ ਜਿਹੜੀ ਗਿਣਤੀ ਆ ਉਹ 6333 ਲਿਖੀ ਆ ਤੇ 8 ਦੇ ਪ੍ਰਧਾਨ ਆ ਗੰਧਰਵ ਮੰਨੇ। ਹਾ ਹਾ ਹੂ ਗੁਰਬਾਣੀ 'ਚ ਹੁੰਦਾ ਇਹਨਾਂ ਦੇ ਨਾਮ। ਹਾ ਹਾ ਹੂ ਚਿਤਰਥ ਹੰਸ ਵਿਸ਼ਵਾਸ ਗੋਮਾਯੂ ਕੁੰਬਰ ਅਤੇ ਨੰਦ। ਇਹ 8 ਜਿਹੜੇ ਆ ਪ੍ਰਧਾਨ ਗੰਧਰਵ ਆ। ਤੇ ਦਕਸ਼ ਰਿਸ਼ੀ ਦੀਆਂ 10,000 ਲੜਕੀਆਂ ਸੀ, ਦਸ਼ ਪ੍ਰਜਾਪਤੀ ਦੀਆਂ। ਤੇ ਉਹਦੀਆਂ ਜਿਹੜੇ 2 ਪੁੱਤਰੀਆਂ, ਇੱਕ ਸੀ ਮੋਨ ਅਤੇ ਇੱਕ ਸੀ ਪ੍ਰਦਾ, ਜਿਹੜੀਆਂ ਕਾਨ ਰਿਸ਼ੀ ਨੇ ਵਿਆਹੀਆਂ ਉਹਨਾਂ ਤੋਂ ਇਹ ਔਲਾਦ ਪੈਦਾ ਹੋਈ ਗੰਧਰਵ। ਸੋ ਇਹਨਾਂ ਵਿਸਥਾਰ ਦੀ ਜ਼ਰੂਰਤ ਨਹੀਂ ਸੀ, ਫਿਰ ਵੀ ਆਪਣੀ ਜਾਣਕਾਰੀ ਮੁਤਾਬਕ ਦੱਸਿਆ। ਮੋਨ ਤੇ ਪ੍ਰਦਾ ਦਕਸ਼ ਰਾਜੇ ਦੀਆਂ ਪੁੱਤਰੀਆਂ ਸੀ ਤੇ ਕਾਨ ਰਿਸ਼ੀ ਨੇ ਵਿਆਹੀਆਂ ਸੀ, ਉਹਨਾਂ ਦੀ ਔਲਾਦ ਗੰਧਰਵ। ਉੱਦਾਂ ਤਾਂ ਨਹੀਂ ਨਾ ਕੋਈ ਪੈਦਾ ਹੋ ਜਾਂਦਾ। ਹਾਂ, ਗੰਧਰਵ ਵਿਦਿਆ, ਗੰਧਰਵ ਹੁੰਦੇ ਰਾਗੀ, ਹਾਂਜੀ, ਜਿਹੜੇ ਦੇਵਤਿਆਂ ਦੇ ਰਾਗੀ ਆ। ਤੇ ਗੰਧਰਵ ਵਿਦਿਆ ਇੱਥੇ ਆਇਆ ਪਾਵਰ ਰਾਗ ਵਿਦਿਆ। ਗੰਧਰਵ ਦੇਵਤਿਆਂ ਦੇ ਗਵਈਏ ਰਾਗੀ, ਰਾਗ ਵਿਦਿਆ ਸੁਰ ਸਹਿਤ। ਜੇਕਰ ਕਹਿੰਦੇ ਸੁਰ ਸਹਿਤ, ਲੈ ਦੀ ਸਹਿਤ ਹੋਵੇ, ਹਾਂਜੀ, ਜਾਂ ਸੁਰ ਜਿਹੜੀ ਆਵਾਜ਼ ਆ ਉਹ ਆਵਾਜ਼ ਨਾਲ ਰਾਗ ਵਿਦਿਆ ਜੇ ਕਾਇਮ ਹੈ। ਰਾਗ ਵਿਦਿਆ ਨਾਲ ਸੁਰ ਵੀ ਚਾਹੀਦੇ ਆ, ਲੈ ਚਾਹੀਦਾ ਵਾ, ਤਾਲ ਚਾਹੀਦਾ ਵਾ, ਆਵਾਜ਼ ਚਾਹੀਦੀ ਆ। ਜੇ ਇਹਨਾਂ ਦੇ ਸਹਿਤ ਆ, ਸਿੱਧਾ ਸਮਝ ਲਓ ਵੀ ਰਾਗ ਵਿਦਿਆ ਜੇ ਸੁਰ ਦੇ ਸਹਿਤ ਆ, ਸੁਰ ਨਾਮ ਆਵਾਜ਼ ਦਾ ਵਾ, ਸੁਰ ਨਾਮ ਲੈ ਦਾ, ਲੈ ਦੀ ਸਹਿਤ ਆ, ਆਵਾਜ਼ ਦੀ ਸਹਿਤ ਆ, ਕਾਇਮ ਹੈ। ਫਿਰ ਪਾਣ ਮਿੱਤਰ ਪਰਬੀਨ, ਗਲਾ ਜਿੰਨਾ ਚਿਰ ਸਾਹ ਦੇ ਰਿਹਾ ਉਹ ਤੇ ਸੁਰ ਦੇ ਸਹਿਤ ਰਾਗ ਵਿਦਿਆ। ਫਿਰ ਪਾਣ ਕਹੀਦਾ ਤੰਬੋਲ ਨੂੰ, ਹਾਂਜੀ, ਪਾਣ ਮਿੱਤਰ, ਪਾਣ ਤੋਂ ਭਾਵ ਤੰਬੋਲ। ਮਿੱਤਰ ਪਰਬੀਨ ਤੇ ਮਿੱਤਰ ਪਰਬੀਨ ਕਹੀਏ ਸਿਆਣਾ, ਚਲਾਕ, ਚਲਾਕ ਮਿੱਤਰ। ਜਾਂ ਪਾਣ ਦਾ ਅਰਥ ਨਾ ਇਹ ਵੀ ਕਰ ਲੈਂਦੇ ਕਈ ਕਿ ਪਾਣ ਤੋਂ ਭਾਵ ਆ ਫਿਰ ਵੀ ਗੰਧਰਵ ਵਿਦਿਆ ਜਿਹੜੀ ਆ ਰਾਗ ਵਿਦਿਆ ਉਹ ਆਵਾਜ਼ ਤਾਲ ਦੇ ਸਹਿਤ ਹੋਵੇ, ਹਾਂਜੀ, ਸੁਰਾਂ ਦੇ ਗਿਆਨ ਦੇ ਸਹਿਤ ਹੋਵੇ। ਤੇ ਪਾਣ ਕਹੀਏ ਫਿਰ ਮਿੱਤਰ ਬੜਾ ਸਿਆਣਾ ਹੋਵੇ। ਪ੍ਰਿਯਤਰਣੀ ਭਾਰਤ ਕਥਾ, ਜਿਹੜੀ ਪ੍ਰਿਯਤਰਣੀ ਪਿਆਰੀ, ਪਤੀ ਵਰਤਾ, ਧਰਮ ਵਿੱਚ ਪਰਪੱਕ, ਇਹੋ ਜਿਹੀ ਜਿਹੜੀ ਇਸਤਰੀ ਆ, ਪਤੀ ਵਰਤਾ ਇਸਤਰੀ ਸਿੱਧਾ ਹੀ ਲਾ ਲਓ, ਪਿਆਰੀ ਇਸਤਰੀ, ਪਤੀ ਵਰਤਾ ਧਰਮ ਵਾਲੀ, ਪਤੀ ਨਾਲ ਪ੍ਰੇਮ ਕਰਨ ਵਾਲੀ। ਭਾਰਤ ਕਥਾ, ਫਿਰ ਜਿਹੜੀ ਮਹਾਂਭਾਰਤ ਦੀ ਕਥਾ ਹੈ, ਹਾਂਜੀ, ਮਹਾਂਭਾਰਤ ਜਾਂ ਭਾਰਤ ਦਾ ਅਰਥ ਆ ਕਿ ਆਪਣੇ ਗੁਰੂਆਂ ਪੀਰਾਂ ਦੀ ਇਤਿਹਾਸ ਦੀ ਕਥਾ ਵਿਚਾਰ ਆ। ਹੁਣ ਆਪਾਂ ਨੇ ਮਹਾਂਭਾਰਤ ਦੀ ਕਥਾ ਸਨਾਤਨ ਮੱਤ 'ਚ ਆ, ਸਾਡੇ ਮੱਤ 'ਚ ਆਪਣੇ ਗੁਰੂਆਂ ਦੀ ਕਥਾ ਵਾ, ਹਾਂਜੀ, ਮਤਲਬ ਇਤਿਹਾਸ ਦੀ ਕਥਾ ਵਾ, ਗੁਰਬਾਣੀ ਦੀ ਕਥਾ ਵਾ। ਇਹ ਜਿਹੜੀਆਂ 5 ਚੀਜ਼ਾਂ ਗਣਾਈਆਂ ਨਾ, ਕਹਿੰਦੇ ਪਾਂਚੋ ਨਿਤ ਨਵੀਨ, ਪਾਂਚੋ ਇਹ 5 ਚੀਜ਼ਾਂ, 5 ਇਹ ਜਿਹੜੀਆਂ ਅਵਸਥਾ ਨਿਤਾ ਪ੍ਰਤੀ ਨਵੀਨ ਕੀ ਹੈ, ਨਵੀਆਂ ਹੀ, ਇਹ ਨਵੇਂ ਰਹਿੰਦੇ, ਕਦੀ ਪੁਰਾਣੀ ਨਹੀਂ ਹੁੰਦੇ। ਰਾਗ ਵਿਦਿਆ ਸੁਰ ਦੇ ਸਹਿਤ ਹੋਵੇ, ਰਾਸੀ ਬਣਿਆ ਰਹਿੰਦਾ, ਹਾਂਜੀ। ਤੇ ਪਾਣ ਦਾ ਅਰਥ ਤੰਬੋਲ ਕੀਤਾ, ਜਿਹੜਾ ਤੰਬੋਲ ਹੈ ਖਾਣਾ, ਇਹ ਨਿੱਤ ਨਵਾਂ ਰਹਿੰਦਾ, ਜਿਹੜੇ ਖਾਂਦੇ ਨਿੱਤ ਹੀ ਖਾਂਦੇ ਆ, ਜਿਵੇਂ ਸ਼ਰਾਬ ਵਾਲੇ ਨਿੱਤ ਹੀ ਇਹਨਾਂ ਦੀ ਨਵੀਂ ਹੈ ਸ਼ਰਾਬ ਪੀਣ। ਤੇ ਸਿਆਣਾ ਮਿੱਤਰ ਨਵੀਂ ਨਵੀਂ ਸਲਾਹ ਦਿੰਦਾ, ਨਵੇਂ ਨਵੇਂ ਉਹ ਵਿਹਾਰ ਕਰਦਾ,
ਪਤੀ ਵਰਤਾ ਧਨ ਵਾਲੀ ਇਸਤਰੀ ਨਿੱਤ ਪਿਆਰੀ ਲੱਗਦੀ। ਤੇ ਭਾਰਤ ਦੀ ਕਥਾ, ਮਹਾਂਭਾਰਤ ਦੀ ਕਥਾ ਜਾਂ ਆਪਣੇ ਇਤਿਹਾਸ ਦੀ ਕਥਾ ਕਿੰਨੀ ਵਾਰ ਗੁਰੂ ਘਰਾਂ 'ਚ ਹੋ ਚੁੱਕੀ ਆ, ਫਿਰ ਸ਼ੁਰੂ ਹੋ ਜਾਂਦੀ। ਕਈਆਂ ਨੇ ਕਿੰਨੀਆਂ ਕਥਾ ਸੁਣ ਲਈਆਂ, ਹਜੇ ਵੀ ਇਹਨੂੰ ਮਨ ਨਹੀਂ ਅੱਕਦਾ। ਇਹ ਹਮੇਸ਼ਾ ਪੰਜੇ ਨਿੱਤ ਨਵੇਂ ਰਹਿੰਦੇ ਆ। ਰਾਗ ਵਿਦਿਆ ਦੀ ਜਿਹੜੀ ਕਲਾ, ਜਿੰਨਾ ਚਿਰ ਆਦਮੀ ਦਾ ਗਲਾ ਸਾਥ ਦੇਈ ਜਾਵੇ, ਮਿਹਨਤ ਕਰੀ ਜਾਵੇ, ਕਦੀ ਭਰਾਣਾ ਹੀ ਨਹੀਂ ਹੁੰਦਾ। ਤੇ ਪਾਨ ਤੰਬੋਲ ਜਿੰਨਾ ਚਬਾਓ ਓਨਾ ਹੀ ਦਾ ਸਵਾਦ ਹੁੰਦਾ। ਆ ਖਾਂਦੇ ਲੋਕ ਸ਼ਹਿਰਾਂ 'ਚ ਵੇਖੋ, ਬਾਹਮਣ ਜੇ ਜਿਹੜੇ ਆ ਹੈਗੇ ਆ ਨਾ, ਲਾਲੇ ਲੂਲੇ ਜੇ, ਤੇ ਸਿਆਣੇ ਦੋਸਤ ਨਵੇਂ ਸਲਾਹ ਦੇਣ ਵਾਲੇ ਦਾ ਸੰਗ ਕਦੀ ਪੁਰਾਣਾ ਨਹੀਂ ਹੁੰਦਾ। ਤੇ ਜਿਹੜੀ ਇਸਤਰੀ ਆ ਉਹ ਵੀ ਪਿਆਰੀ ਹਮੇਸ਼ਾ ਲੱਗਦੀ ਆ, ਚੰਗੇ ਗੁਣਾਂ ਵਾਲੀ ਪਿਆਰੀ। ਵੱਡਿਆਂ ਦਾ ਇਤਿਹਾਸ, ਮਹਾਂਭਾਰਤ ਦੀ ਕਥਾ ਅਥਵਾ ਗੁਰੂਆਂ ਪੀਰਾਂ ਦਾ ਇਤਿਹਾਸ ਆਪਣਿਆਂ ਦਾ ਜਿੰਨਾ ਵੀ ਪੜ੍ਹੀਏ, ਉਹ ਕਦੇ ਬੇਰਸਾ ਨਹੀਂ ਲੱਗਦਾ, ਸਵਾਦ ਹੀ ਆਉਂਦਾ। ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਗੁਰਬਾਣੀ ਨਿੱਤ ਪੜ੍ਹਨ ਦੀ ਹਦਾਇਤ ਕੀਤੀ ਆ, ਗੁਰਬਾਣੀ ਪੜ੍ਹੋ, ਇਤਿਹਾਸ ਸੁਣੋ, ਸਿੱਧ ਨਿੱਤ ਨਵਾਂ ਹੀ। ਤਾਂ ਗੁਰੂ ਸਾਹਿਬ ਕਹਿੰਦੇ ਨਾ, ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ। ਭਾਵ ਨਵੀਂ ਆ ਬਾਣੀ, ਨੇਤੀ ਗਾਓ, ਇਹ ਨਾ ਆਖੋ ਪੁਰਾਣੀ ਹੋ ਗਈ ਹੁਣ ਨਹੀਂ ਜੀ ਕਰਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਧਿਆ। ਹਾਂਜੀ, ਸੋ ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅੰਮ੍ਰਿਤ ਬਾਣੀ। ਗੁਰਬਾਣੀ ਤਿੰਨਾਂ ਗੁਰ ਸਿੱਖਾਂ ਗੁਰਬਾਣੀ ਨਿੱਤ ਗਾਏ ਸੁਣਾਉਂਦੇ, ਨਿੱਤ। ਤਾਂ ਹੀ ਮਹਾਰਾਜ ਜੀ ਨੇ ਕਿਹਾ ਵੀ ਇਹ ਪੰਜੇ ਨੇਤੀ ਨਵੇਂ ਆ ਤੇ ਨੇਤੀ ਪੜ੍ਹੋ। ਤਾਂ ਹੀ ਗੁਰੂ ਸਾਹਿਬ ਕਹਿੰਦੇ। ਦੋਹਰਾ ਸੁਰ ਜਨ ਵਿਜੋਗ ਤ੍ਰੀਆ ਬਿਪਤਾ ਮੈਂ ਹਿਤ ਤਿਆਗ। ਸੁਰਜਨ ਵਿਜੋਗ, ਸੁਰਜਨ ਹੁੰਦੇ ਆ ਸ੍ਰੇਸ਼ਟ ਜਨ, ਚੰਗੇ ਮਿੱਤਰ। ਹੁਣ 10 ਆ ਚੰਗੇ ਮਿੱਤਰ ਦਾ ਜਿਹੜਾ ਵਿਜੋਗ ਆ। ਹਾਂਜੀ, ਫਿਰ ਤਰੀਏ ਵਿਜੋਗ, ਇਸਤਰੀ ਦਾ, ਘਰ ਵਾਲੀ ਦਾ ਜਿਹੜਾ ਵਿਜੋਗ ਵਿਛੋੜਾ ਆ। 2 ਚੀਜ਼ਾਂ ਹੋ ਗਈਆਂ, ਇਹ 2 ਵਿਛੋੜੇ ਪੈ ਜਾਣੇ। ਬਿਪਤਾ ਮੈਂ ਹਿਤ ਤਿਆਗ। ਫਿਰ ਬਿਪਤਾ ਭਾਵ ਭੀੜ ਪੈਣ ਸਮੇਂ, ਬਿਪਤਾ ਕਹੀਏ ਦੁੱਖ ਵਿੱਚ, ਔਖੇ ਸਮੇਂ, ਕਸ਼ਟ ਸਮੇਂ। ਇਹ ਕਸ਼ਟ ਸਮਿਆਂ ਦੇ ਵਿੱਚ, ਕਸ਼ਟ ਵੇਲੇ ਸਮਿਆਂ ਦੇ ਵਿੱਚ ਹਿਤ ਤਿਆਗ। ਹਿਤ ਜਿਹੜੇ ਕਰਨ ਵਾਲੇ ਨਾ ਸੰਬੰਧੀ, ਹਿਤ ਕਰਨ ਜਿਹੜੇ ਹਿਤ ਕਹੀਏ ਪਿਆਰ ਕਰਨ ਵਾਲੇ ਹੈ, ਸੱਜਣ ਸੰਬੰਧੀ ਸਾਖ, ਉਹ ਤਿਆਗ ਕਹੀਏ ਉਹਨਾਂ ਦਾ ਛੱਡ ਜਾਣਾ। ਦੁੱਖ ਵੇਲੇ ਸੱਜਣਾ ਨੇ ਵੀ ਛੱਡ ਜਾਣਾ, ਮਿੱਤਰਾਂ ਨੇ ਛੱਡ ਜਾਣਾ। ਰਿਣ ਬਾਕੀ ਸੇਵਾ ਕੋ ਜਾਨ। ਫਿਰ ਸਿਰ ਤੇ ਜਿਹੜਾ ਕਰਜ਼ਾ ਬਾਕੀ ਹੋਣਾ, ਜਿਹੜਾ ਦੇਣ ਵਾਲਾ ਪਿਆ, ਸਿਰ ਤੇ ਕਰਜ਼ੇ ਦਾ ਬਕਾਇਆ, ਸੇਵਾ ਕੋ ਜਾਨ। ਸੇਵਾ ਕੋ ਜਾਨ, ਕੋ ਜਾਨ ਨਾਮ ਹੁੰਦਾ, ਜਨ ਨਾਮ ਜਨ ਦਾ, ਕੋ ਨਾਮ ਖੋਟੇ ਦਾ। ਖੋਟੇ ਮਨੁੱਖਾਂ ਦੇ ਜਿਹੜੀ ਸੇਵਾ ਕਰਨੀ ਨਾ, ਟਹਿਲ ਕਰਨੀ, ਇਹ ਜਿਹੜੀਆਂ ਚੀਜ਼ਾਂ 5 ਆ, ਭਸਮ ਕਰਤ ਬਿਨ ਆਗ। ਇਹ ਤੇ ਮਨੁੱਖ ਨੂੰ ਬਿਨਾਂ ਅੱਗ ਤੋਂ ਹੀ ਪ੍ਰਤੱਖ ਹੀ ਜਿਹੜੀਆਂ ਨਾ ਸਵਾਹ ਕਰ ਦਿੰਦੇ। ਭਸਮ ਕਰਤ, ਭਸਮ ਨਾਮ ਸਵਾਹ ਦਾ, ਸਵਾਹ ਕਰ ਦਿੰਦੇ ਆ ਬਿਨਾਂ ਅੱਗ ਤੋਂ ਹੀ। ਇਹ 5 ਚੀਜ਼ਾਂ ਸੱਚੀ ਗੱਲ ਹੈ। ਇਹੋ ਵਿਛੋੜਾ ਸਹਿ ਨਾ ਜਾਏ। ਪਰਮੇਸ਼ਰ ਦੇ ਸਬੰਧ ਵਿੱਚ ਵਿਛੋੜਾ ਕੋਈ ਵੀ ਮਾੜਾ, ਇਸਤਰੀ ਦਾ ਵਿਛੋੜਾ, ਸੱਚੇ ਚੰਗੇ ਮਿੱਤਰ ਦਾ ਵਿਛੋੜਾ, ਵਿਪਤਾ ਪੈ ਜੇ, ਰਿਸ਼ਤੇ ਸਾਕ ਸੰਬੰਧੀ ਛੱਡ ਜਾਣ, ਕਰਜ਼ਾ ਸਿਰ ਤੇ ਹੋਵੇ, ਸੇਵਾ ਖੋਟੇ ਪੁਰਖ ਦੀ ਕਰਨੀ, ਵੀ ਸਿੰਘ ਮਾਰਦਾ, ਗੱਲਾਂ ਕਾਹਦੀਆਂ ਕਰਦਾ। ਇਹ ਤੇ ਭਸਮ ਕਰ ਦਿੰਦੇ ਬਿਨਾਂ ਅੱਗ ਤੋਂ ਬੰਦੇ ਨੂੰ। ਇਹ 5 ਚੀਜ਼ਾਂ ਜੋ 5 ਚੀਜ਼ਾਂ ਨਹੀਂ ਜ਼ਰੂਰੀ ਇੱਕ ਬੰਦੇ ਦੇ ਢੁੱਕਦੀਆਂ ਹੁਣ, ਇਹਨਾਂ ਚੋਂ ਇੱਕ ਵੀ ਚੀਜ਼ ਹੋਵੇ, ਬੰਦਾ ਦਿਨ ਬ ਦਿਨ ਸਵਾਹ ਹੋ ਜਾਂਦਾ। ਦੋਹਰਾ ਵਿਦਿਆ ਤਪ ਗੁਣ ਸੀਲ ਨਹਿ। ਹੁਣ
ਪਸ਼ੂਆਂ ਦੇ ਸਮਾਨ ਬੰਦੇ ਨੂੰ ਕਥਨ ਕਰਦਿਆਂ ਹੋਇਆਂ ਲਿਖ ਰਹੇ ਹਾਂ, ਜਿਨ੍ਹਾਂ ਮਨੁੱਖਾਂ ਦੇ ਕੋਲ ਵਿਦਿਆ ਨਹੀਂ ਹੈਗੀ। ਵਿਦਿਆ ਨਹਿ ਜਿਹੜਾ ਸ਼ਬਦ ਉਹ ਸਾਰਿਆਂ ਨਾਲ ਲੱਗੀ ਜਾਣਾ ਵਾ। ਵਿਦਿਆ ਤਪ ਗੁਣ ਸੀਲ ਨਹਿ, ਜਿਨ੍ਹਾਂ ਕੋਲ ਵਿਦਿਆ ਨਹੀਂ ਹੈਗੀ, ਕਿਸੇ ਪ੍ਰਕਾਰ ਦਾ ਹੁਨਰ ਕਲਾ ਨਹੀਂ ਹੈਗੀ, ਫਿਰ ਕੋਈ ਤਪ ਤਪੱਸਿਆ ਨਹੀਂ ਕੀਤੀ, ਤਪ ਵੀ ਨਹੀਂ ਹੈਗਾ, ਦੈਵੀ ਗੁਣ ਇਹ ਵੀ ਨਹੀਂ ਹੈਗੇ, ਸੀਲ ਨਹਿ ਸੀਲ ਸੁਭਾਅ, ਨਿਮਰਤਾ ਵਾਲਾ ਸੁਭਾਅ ਇਹ ਵੀ ਬਿਲਕੁਲ ਨਹੀਂ ਹੈਗਾ। ਦਾਨ ਧਰਮ ਕਛ ਨਾਹੀਂ, ਨਾ ਹੀ ਦਾਨ ਪੁੰਨ ਆਦਿਕ ਦੀ ਜਿਹੜੀ ਹੈ ਉਹ ਕੋਈ ਅਕਲ ਹੈ। ਦਾਨ ਵੀ ਕਦੀ ਨਹੀਂ ਕੋਈ ਕੀਤਾ। ਧਰਮ ਕਛ ਨਾਹੀਂ, ਧਰਮ ਧਾਰਮਿਕ ਜਿਹੜਾ ਜੀਵਨ, ਧਰਮ ਵਿੱਚ ਪਰਪੱਕ ਰਹਿਣਾ, ਇਹ ਵੀ ਧਰਮ ਵਾਲਾ ਜੀਵਨ ਹੈ ਨਹੀਂ। ਛਾਂਚ ਕੱਛ ਨਾ ਹੈ, ਕੁਛ ਵੀ ਨਹੀਂ ਮਾਨੋ ਹੈਗਾ, ਇੱਕ ਚੀਜ਼ ਵੀ ਨਹੀਂ ਹੈਗੀ। ਤੇ ਨਰ ਪਸ ਪੁਏ ਭਾਰ ਹੈ, ਤੇ ਨਰ ਤੇ ਕਹੀਏ ਉਹ ਜਿਹੜੇ ਮਨੁੱਖ ਆ ਨਾ, ਉਹ ਪਸ਼ੂ ਆ, ਬਿਨਾਂ ਪੂਛ ਸਿੰਘਾਂ ਤੋਂ ਪਸ਼ੂ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਮਨੁੱਖ ਜਾਤੀ ਆ, ਕਰਤੂਤਾਂ ਪਸ਼ੂ ਵਾਲੀਆਂ, ਤੇ ਹੈ ਵੀ ਉਹ ਪਸ਼ੂ ਆ ਦੋ ਟੰਗਾਂ ਵਾਲੇ, ਬਿਨਾਂ ਪੂਛ ਤੋਂ ਬਿਨਾਂ ਸਿੰਘਾਂ ਨੂੰ, ਪਸ਼ੂਆਂ ਵਰਗੇ ਆ। ਤੇ ਨਰ ਪਸ ਪਸ਼ੂ ਆ, ਭੋਏ ਭਾਰ ਹੈ। ਭੋਏ ਨਾਮ ਜ਼ਮੀਨ ਧਰਤੀ ਦਾ, ਧਰਤੀ ਦੇ ਉਹ ਇੱਕ ਕਿਸਮ ਦੇ ਨਹੀਂ ਕਹਿਣਾ ਵੀ ਕਿਸਮ ਦੇ ਭਾਰ, ਨਾ ਉਹ ਭਾਰ ਹੀ, ਉਹ ਧਰਤੀ ਤੇ ਭਾਰ ਹੀ ਇਹੋ ਜਿਹੇ ਲੋਕ। ਦੀਨ ਬਸਾਰੋ ਰੇ ਦੀਵਾਨੇ, ਦੀਨ ਬਸਾਰੋ ਰੇ ਪੇਟ ਭਰਿਓ, ਪਸ਼ੂ ਹੋ ਜੋ ਸੋਇ ਅਨੋਖ ਜਨਮੇ ਹਾਰਿਓ। ਬਸ ਉਹ ਹਾਲ ਹੈ, ਪਸ਼ੂ ਤੋਂ ਵੀ ਗਿਰਿਆ ਹੋਇਆ ਵਾ। ਡਰਤ ਰਹਿਤ ਜਗ ਮਾਹੀ, ਇਸ ਸੰਸਾਰ ਦੇ ਵਿੱਚ ਆਪਣੇ ਗੁਣਾ ਔਗੁਣਾ ਕਰਕੇ ਸਦਾ ਹੀ ਅੰਦਰੋਂ ਡਰਤ ਰਹਿਤ, ਡਰਦੇ ਰਹਿੰਦੇ, ਤੇ ਨਿਚੱਕ ਹੋ ਕੇ ਮਾੜੇ ਕੰਮ ਕਰਦੇ ਹੈਂ। ਡਰਤ ਰਹਿਤ ਜਗ ਮਾਹੀ, ਉਹ ਸੰਸਾਰ ਵਿੱਚ ਰਹਿੰਦਿਆਂ ਇਹਨਾਂ ਸ਼ੁਭ ਗੁਣਾਂ ਤੋਂ ਡਰਦੇ ਰਹਿੰਦੇ ਆ, ਕਿ ਸੰਸਾਰ ਵਿੱਚ ਰਹਿੰਦਿਆਂ ਹੀ ਸ਼ੁਭ ਗੁਣਾਂ ਵਾਲੇ ਔਗਣ ਵਾਲੇ ਤੋਂ ਡਰਦੇ ਰਹਿੰਦੇ ਆ, ਕਿਉਂਕਿ ਇਹਨਾਂ ਦਾ ਸੰਗ ਕੋਈ ਸਾਥ ਦੇਣ ਵਾਲਾ ਨਹੀਂ। ਸੰਸਾਰ ਵਿੱਚ ਇਹ ਲੋਕ ਡਰਤ ਰਹਿਤ, ਡਰਦੇ ਰਹਿੰਦੇ ਆ ਸ਼ੁਭ ਗੁਣਾਂ ਤੋਂ, ਤੇ ਨਿਚੱਕ ਹੋ ਕੇ ਮਾੜੇ ਕੰਮ ਕਰਦੇ। ਸਰਕਤਾਵਲੀ ਜੀ ਆਉਂਦਾ, ਨਿੰਦਰਾ ਭੋਜਨ ਭੋਗ ਭੈ, ਇਹ ਪਸ ਪਰਖ ਸਮਾਨ, ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਤੀਜੇ ਅਧਿਆਇ ਦੀ ਗੱਲ ਆਉਂਦੀ ਆ ਵੀ ਮਨੁੱਖ ਤੇ ਪਸ਼ੂ ਦੇ ਵਿੱਚ ਥੋੜਾ ਹੀ ਅੰਤਰ ਆ ਇੱਕ ਚੀਜ਼ ਕਰਕੇ, ਬਾਕੀ ਦੇ ਬਰਾਬਰ ਹੀ ਆ। ਖਾਣਾ ਪੀਣਾ, ਖਾਣ ਪੀਣ ਵੀ ਪਸ਼ੂ ਦਾ, ਬੰਦੇ ਦਾ ਵੀ, ਸੌਣਾ ਪਸ਼ੂ ਦਾ, ਬੰਦੇ ਦਾ, ਗ੍ਰਹਿਸਤ ਕਰਨਾ, ਭੋਗ ਕਰਨਾ, ਭੈ ਡਰ ਕਰਨਾ, ਇਹ ਬੰਦੇ 'ਚ ਵੀ, ਇਹ ਪਸ਼ੂ 'ਚ ਵੀ। ਤੇ ਇਹ ਪਸ ਪੁਰਖ ਸਮਾਨ, ਇਹ ਪਸ਼ੂ ਦੇ ਪੁਰਖ 'ਚ ਇੱਕ ਬਰਾਬਰ ਹੈ। ਨਰਨ ਗਿਆਨ ਨਿਜ ਅਦਕਤਾ, ਮਨੁੱਖ ਵਿੱਚ ਇਹੀ ਵਡੱਪਣ ਪੁਣਾ ਵੀ ਜਿਹੜੇ ਇਹਨੂੰ ਆਪਣੇ ਆਪ ਦਾ ਗਿਆਨ ਹੋਣਾ। ਜਿਹਨੂੰ ਆਪਣੇ ਦਾ ਗਿਆਨ ਹੀ ਹੈ ਨਹੀਂ, ਮੈਂ ਕਰਨ ਕੀ ਆਇਆ, ਗਿਆਨ ਬਿਨਾ ਪਸ ਜਾਣ, ਗਿਆਨ ਤੋਂ ਬਿਨਾ ਇਹ ਪਸ਼ੂ ਆ, ਪੂਛ ਤੋਂ ਬਿਨਾ, ਸਿੰਘਾਂ ਤੋਂ ਬਿਨਾ, ਤੇ ਦੋ ਲੱਤਾਂ ਵਾਲਾ ਡੰਗਰ ਤੁਰਿਆ ਫਿਰਦਾ ਕੁੱਤਾ ਹੀ ਆ। ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮਹਿ ਪਾਏ। ਦੋਹਰਾ ਮ੍ਰਿਗ ਪੱਛੀ, ਮ੍ਰਿਗ ਰਾਜ ਬਾਨ, ਮ੍ਰਿਗ ਪੱਛੀ ਜਿਵੇਂ ਮ੍ਰਿਗ ਨਾਮ ਹੁੰਦਾ ਹਿਰਨ ਦਾ, ਮ੍ਰਿਗ ਰਾਜ, ਹਿਰਨਾਂ ਦਾ ਰਾਜ ਕਰਨ ਵਾਲਾ ਕੌਣ ਆ? ਉਹ ਸ਼ੇਰ ਆ, ਮਿਰਗਾਂ ਦਾ ਰਾਜਾ। ਜਿਵੇਂ ਹਿਰਨਾਂ ਨੂੰ ਮਾਰ ਕੇ ਖਾਣ ਵਾਲਾ, ਪੱਛੀ ਨਾਮ ਕੀ ਦਾ? ਖਾਣ ਵਾਲੇ ਦਾ, ਭਖਣ ਵਾਲੇ ਦਾ, ਖਾਣ ਵਾਲਾ। ਵੀ ਜਿਵੇਂ ਮ੍ਰਿਗ ਹਿਰਨਾਂ ਨੂੰ, ਪੱਛੀ ਖਾਣ ਵਾਲਾ, ਮ੍ਰਿਗ ਰਾਜ ਸ਼ੇਰ
ਜੰਗਲ ਦਾ ਬਾਦਸ਼ਾਹ, ਜਿਹੜਾ ਬਨ ਕਹੀਏ ਜੰਗਲ ਵਿੱਚ ਰਹਿੰਦਾ ਹੈ। ਹਾਂਜੀ, ਤੇ ਉਹ ਕੀ ਕਰਦਾ, ਜਦੋਂ ਵੀ ਲੋੜ ਪਵੇ ਉਹ ਹਿਰਨ ਆਦਿਕ ਮਾਸਿਕ ਚਖੂਗਾ। ਭੂਖੇ ਤ੍ਰਿਣ ਨਾਰ ਚਰੰਤ, ਸ਼ਿਕਾਰ ਨਾ ਮਿਲੇ ਉਹਨੂੰ। ਸ਼ਿਕਾਰ ਨਾ ਮਿਲਣ ਦੇ ਬਾਵਜੂਦ ਉਹ ਇਹ ਨਹੀਂ ਵੀ ਘਾਹ ਖਾਣ ਲੱਗ ਪੈਂਦਾ। ਤ੍ਰਿਣ ਨਾ ਚਰੰਤ, ਉਹ ਤ੍ਰਿਣ ਘਾਹ ਦੇ ਤੀਲੇ ਤੂਲੇ ਨਹੀਂ ਚਰੰਤ ਕਹੀਏ ਚਰਦਾ, ਨਹੀਂ ਖਾਂਦਾ, ਭੁੱਖਾ ਰਹਿ ਜਾਂਦਾ। ਭੁੱਖੇ ਹੋਣ ਦੇ ਭਾਵੇਂ ਭੁੱਖਾ ਲੱਖ ਹੋਵੇ ਫਿਰ ਵੀ ਉਹ ਤ੍ਰਿਣ ਘਾਹ ਘੂ ਨਹੀਂ ਖਾਂਦਾ, ਨਹੀਂ ਚਰਦਾ। ਇਹ ਸ਼ੇਰ ਦੀ ਵੱਡੀ ਵਡਿਆਈ ਇਸ ਵਿੱਚ। ਤਿਉਂ ਕੁਲਵੰਤ ਬਿਪਤ ਪਰ, ਤਿਵੇਂ ਹੀ ਜਿਹੜਾ ਕੁਲਵੰਤ ਸ੍ਰੇਸ਼ਟ ਕੁਲ ਵਾਲਾ ਆ। ਹਾਂਜੀ, ਜਿਹੜਾ ਕੁਲ ਵਾਲਾ, ਕੁਲੀਨ ਚੰਗੀ ਕੁਲ ਵਾਲਾ, ਚੰਗੇ ਵੰਸ਼ ਵਾਲਾ, ਚੰਗੇ ਖਾਨਦਾਨ ਵਾਲਾ, ਉਹ ਮਨੁੱਖ ਜਿਹੜਾ ਨਾ ਕਿਸੇ ਤੇ ਜਾਂ ਆਪਣੇ ਤੇ ਮੁਸੀਬਤ ਪੈ ਜਾਵੇ, ਮੁਸੀਬਤ ਪੈਣ ਤੇ ਬਿਪਤ ਬਣੇ, ਬਿਪਤ ਪੈ ਜਾਵੇ, ਕੋਈ ਵੀ ਬਿਪਤਾ ਪੈ ਜਾਵੇ, ਨੀਚ ਕਰਮ ਨਾ ਕਰੰਤ। ਉਹ ਨੀਚ ਕਰਮ ਭਾ ਮਾੜਾ ਕੰਮ, ਘਟੀਆ ਕੰਮ, ਕੋਝਾ ਕੰਮ ਕਦੀ ਨਹੀਂ ਕਰਦਾ। ਨੀਚ ਕਰਮ, ਮਾੜਾ ਕਰਮ ਨਾ ਕਰੰਤ, ਨਹੀਂ ਕਰਦਾ ਕਦੀ, ਜਿਸ ਕਰਕੇ ਉਹਦੀ ਵੰਸ਼ ਬਦਨਾਮ ਹੋਵੇ, ਖਾਨਦਾਨ ਬਦਨਾਮ ਹੋਵੇ, ਆਪਣੇ ਅਸੂਲ ਤੇ ਰਹਿੰਦਾ। ਕਿੰਨੀ ਮੁਸੀਬਤ ਪੈ ਜਾਏ ਗਿਰਿਆ ਹੋਇਆ ਕੰਮ ਨਹੀਂ ਕਰਦਾ, ਨਹੀਂ ਤੇ ਕਈ ਬਿਪਤਾ ਪੈਣ ਤੇ ਗਿਰੇ ਹੋਏ ਕੰਮ ਕਰ ਲੱਗ ਪੈਂਦੇ। ਵਿਭਚਾਰ, ਨਸ਼ੇ ਨਸ਼ੇੜੇ, ਕਈ ਕੁਝ ਲੁੱਟਾਂ ਖਸੂਆਂ, ਵੈਰ ਵਿਰੋਧ, ਮਾਰ ਧੜੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਸੰਤ ਜਰਨੈਲ ਸਿੰਘ ਮਹਾਂਪੁਰਸ਼ ਵੀ ਵੇਖ ਲਓ, ਕਿੰਨੀ ਬਿਪਤਾ ਪਈ, ਸਰਕਾਰ ਨੇ ਕੋਈ ਕਸਰ ਨਾ ਛੱਡੀ। ਕੁੱਤਿਆਂ ਦੀ ਮੌਤ ਤੇ ਆਪ ਵੀ ਮਰੇ, ਮਹਾਂਪੁਰਸ਼ਾਂ ਤੇ ਤੈਅ ਕਰਨਾ ਚਾਹੁੰਦੇ, ਗੁਰੂ ਘਰ ਦੇ ਤੈਅ ਕਰਨਾ ਚਾਹੁੰਦੇ, ਤੇ ਸੰਤਾਂ ਨੇ ਹਿੰਮਤ ਨਹੀਂ ਹੋ ਰਹੀ। ਬਿਪਤ ਭਰੀ, ਬਿਪਤ ਪੈਣ ਉੱਤੇ ਵੀ ਮਾੜਾ ਕੰਮ ਨਹੀਂ ਕੀਤਾ, ਨੀਚ ਕਰਮ ਨਹੀਂ ਕੀਤਾ। ਨੀਚ ਕਰਮ ਕੀ, ਜੇ ਮਹਾਂਪੁਰਸ਼ ਮੰਨ ਜਾਂਦੇ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਵੱਲੋਂ ਵੀ 1 ਅਰਬ ਅਮਰੀਕੀ ਡਾਲਰ ਲੈ ਲਓ ਤੇ ਤੁਸੀਂ ਯੂਰਪ 'ਚ ਪੱਕੇ ਹੋ ਜਾਓ, ਮੁੱਖ ਮੰਤਰੀ ਬਣ ਜਾਓ, ਆਹ ਕਰ ਲਓ, ਜੇ ਕਰ ਲਓ, ਜੇ ਇਸ ਵਿੱਚ ਆ ਜਾਂਦੇ ਤੇ ਉਹ ਨੀਚ ਕਰਮ ਸੀ। ਪਰ ਮਹਾਂਪੁਰਸ਼ ਚੰਗੀ ਕੁਲ 'ਚ, ਗੁਰੂ ਕੁਲ 'ਚ ਪੈਦਾ ਹੋਏ। ਗੁਰੂ ਕੋਲ ਆਣਾ ਸਿੱਖਾਂ ਦੀ, ਗੁਰੂ ਕੋਲ ਹੀ ਆ ਖਾਲਸਾ ਪੰਥ। ਬਿਪਤ ਕਿੰਨੀ ਪਈ, ਕਿੰਨਾ ਵਿਖੜਾ ਸਮਾਂ ਆਇਆ। ਗਰਮੀ ਸੀ, ਛਕਣ ਨੂੰ ਨਹੀਂ ਸੀ ਕੁਝ, ਪਾਣੀ ਨਹੀਂ ਸੀ। ਗਰਮੀ ਦੇ ਦਿਨ ਸਨ, ਜੂਨ ਦਾ ਮਹੀਨਾ ਸਭ ਤੋਂ ਗਰਮੀ ਦਾ ਮਹੀਨਾ ਹੁੰਦਾ, ਸਹੂਲਤ ਨਹੀਂ। ਫਿਰ ਵੀ ਨੀਚ ਕਰਮ ਬਿਲਕੁਲ ਨਹੀਂ ਕੀਤਾ, ਕਿਸੇ ਦੀ ਨਹੀਂ ਮੰਨੀ, ਤੇ ਖਾਲਸਾ ਫੌਜ ਦੀ ਤਰ੍ਹਾਂ ਇਤਿਹਾਸ ਦੁਹਰਾ ਕੇ ਰੱਖ ਦਿੱਤਾ। ਸੋ ਮਹਾਂਪੁਰਸ਼ ਜਿਵੇਂ ਮਹਾਨ ਗੁਰੂ ਕੇ ਸੂਰਮੇ ਹੋਏ। 1.25 लाख से एक लड़ाऊं, तबे गोविंद सिंह नाम कहाऊं। जयकार कीओ धर्मियां का, पापी को दंड दियो ਏ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਕੀਤਾ ਸੀ। ਇਹ ਮਹਾਂਪੁਰਸ਼ਾਂ ਦੀ ਵਡਿਆਈ। ਚੰਗੀ ਕੁਲ ਵਾਲੇ ਸਨ ਮਹਾਰਾਜ ਪੁਰਸ਼, ਮਹਾਰਾਜ ਸੰਤ ਜੀ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਜੀਵਦਿਆਂ ਮੁਕਤ ਸਨ, ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਸੀ। ਛਪੈ ਛੰਦ ਦੁਸਤਰ ਮਹਾ ਸਮੁੰਦਰ। ਕਹਿੰਦੇ ਦੁਸਤਰ, ਤਰ ਨਾਮ ਤਰਨ ਦਾ, ਦੁਸ ਨਾਮ ਕਠਨ ਦਾ। ਮਹਾ ਸਮੁੰਦਰ, ਜਿਸ ਸਮੁੰਦਰ ਨੂੰ ਬਹੁਤ ਤਰਨਾ ਔਖਾ ਹੈ। ਤਰਨ ਕੋ ਕੀਏ ਜਹਾਜ਼ਾ, ਉਸ ਤੋਂ ਤਰਨ ਪਾਰ ਹੋਣ ਦੇ ਲਈ, ਤਰਨ ਕੋ, ਤਰਨ ਨੂੰ ਜਾਂ ਤਰਨ ਦੇ ਲਈ ਕੀ ਕੀਤਾ ਸਿਆਣੇ ਵਿਦਵਾਨ, ਜਿਹੜੇ ਸਾਇੰਟਿਸਟ ਲੋਕ,
ਸਮਝਦਾਰਾਂ ਨੇ ਜਹਾਜ਼ ਬੇੜੇ ਬਣਾਉਣਾ ਕੀਏ ਕਈਏ ਕੀਤੇ। ਬੇੜਿਆਂ ਨੂੰ ਬਣਾਉਣਾ ਕੀਤਾ। ਦੁਸਤਰ ਮਹਾ ਸਮੁੰਦਰ, ਸਮੁੰਦਰ ਤੋਂ ਪਾਰ ਜਾਣਾ ਬੜਾ ਦੁਸਤਰ ਕਠਿਨ ਸੀ, ਕਿਉਂਕਿ ਸਮੁੰਦਰ ਮਹਾ ਬਹੁਤ ਵੱਡਾ ਹੁੰਦਾ। ਉਸ ਤੋਂ ਪਾਰ ਹੋਣ ਲਈ ਜਾਣ ਲਈ ਸਿਆਣੇ ਬੰਦਿਆਂ ਨੇ ਜਹਾਜ਼ ਬਣਾਉਣਾ ਕੀਤੇ। ਤਰਨ ਨਾਮ ਜਹਾਜ਼ ਦਾ, ਜਹਾਜ਼ਾਂ ਨੂੰ ਬਣਾਉਣਾ ਕੀਤਾ। ਤਰਨ ਨਾਮ ਹੀ ਉਹਦਾ ਜਹਾਜ਼ ਦਾ ਹੁੰਦਾ। ਇੱਥੇ ਜਹਾਜ਼ ਪਹਿਲਾਂ ਆ ਹੀ ਗਿਆ ਨਾਲ ਹੀ ਸ਼ਬਦ, ਵੀ ਜਹਾਜ਼ ਜਿਹੜੇ ਆ ਉਹਨਾਂ ਨੂੰ ਬਣਾਉਣਾ ਕੀਤਾ ਮਹਾਂ ਸਮੁੰਦਰ ਤੋਂ ਤਰਨ ਲਈ, ਪਾਰ ਜਾਣ ਲਈ, ਪਾਰ ਪੈਣ ਲਈ। ਠੀਕ ਆ ਜੀ। ਗਰਭਵੰਤ ਕੇ ਗਰਭ ਹਰਨ ਕੋ, ਗਰਭਵੰਤ ਜਿਹੜਾ ਹੰਕਾਰ ਵਾਲਾ ਹੰਕਾਰੀ ਪੁਰਸ਼ ਆ, ਹੰਕਾਰੀ ਮਨੁੱਖਾਂ ਦੇ ਗਰਭ ਕਹੀਏ ਹੰਕਾਰ ਨੂੰ, ਹਰਨ ਕਹੀਏ ਨਾਸ ਕਰਨ ਦੇ ਲਈ ਹੈ ਭੂਪਤ ਰਾਜਾ। ਪਰਮੇਸ਼ਰ ਨੇ ਭੂ ਕਹੀਏ ਪ੍ਰਿਥਵੀ ਦੇ ਪਤੀ ਕਹੀਏ ਰਾਜੇ ਬਣਾਏ ਹੈ। ਹੰਕਾਰੀਆਂ ਦੇ ਹੰਕਾਰ ਨਾਸ ਕਰ ਲਈ ਨਾ, ਉਹਨਾਂ ਦੇ ਸਿਰ ਤੇ ਤਾਕਤਵਰ ਜਿਹੜੇ ਆ ਨਾ ਰਾਜੇ ਲੋਕ ਬਣਾ ਦਿੱਤੇ। ਭੂਪਤ, ਭੂ ਨਾਮ ਕੀ ਆ? ਧਰਤੀ ਦਾ ਪਤੀ ਨਾਮ, ਧਰਤੀ ਦਾ ਮਾਲਕ ਹੋ ਗਈ ਰਾਜਾ, ਧਰਤੀ ਦੇ ਮਾਲਕ ਰਾਜੇ ਬਣਾ ਦਿੱਤੇ। ਗਰਭਵੰਤ ਹੰਕਾਰੀਆਂ ਦੇ ਗਰਭ ਹੰਕਾਰ ਕੋ ਕਹੀਏ ਨੂੰ, ਹੰਕਾਰ ਨੂੰ ਨਾਸ ਕਰਨ ਲਈ। ਅੰਧਕਾਰ ਕੇ ਦੂਰ ਕਰਨ ਕੋ, ਤੇ ਅੰਧਕਾਰ ਨਾਮ ਹਨੇਰੇ ਦਾ, ਜਿਹੜਾ ਰਾਤ ਦਾ ਹਨੇਰਾ ਆ, ਉਸ ਰਾਤ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ, ਰਾਤ ਦੇ ਅੰਧਕਾਰ ਹਨੇਰੇ ਨੂੰ, ਕੋ ਦਾ ਅਰਥ ਨੂੰ, ਹਨੇਰੇ ਨੂੰ ਦੂਰ ਕਰਨ, ਕੇ ਦਾ ਅਰਥ ਦੇ, ਦੂਰ ਕਰਨ ਦੇ ਲਈ। ਕੀਨੋ ਦੀਆ, ਦੀਵਾ ਜਿਹੜਾ ਦੀਆ ਕਹੀਏ ਦੀਵਾ, ਉਹ ਬਣਾਉਣਾ ਕੀਤਾ। ਸੂਝਵਾਨਾਂ ਨੇ ਦੀਵਾ ਬਣਾ ਦਿੱਤਾ। ਤੇਲ ਪਾਓ, ਵੱਟੀ ਪਾਓ, ਦੀਵਾ ਜਲਾਓ, ਹਨੇਰ ਭਗਾਓ। ਜਹਾਂ ਪਾਵਨ ਨਹਿ ਹੋ, ਜਹਾਂ ਪਵਨ ਨਹਿ ਹੋਏ, ਜਿੱਥੇ ਫਿਰ ਹਵਾ, ਜਿੱਥੇ ਜਹਾਂ ਕਹੀਏ ਜਿੱਥੇ ਹਵਾ ਦੀ ਪਹੁੰਚ ਨਹੀਂ ਸੀ ਹੁੰਦੀ, ਨਹਿ ਹੋਏ ਨਹੀਂ ਸੀ ਹੋਏ ਕਹੀਏ ਹੁੰਦੀ। ਗਰਮੀ ਦੀ ਰੁੱਤ ਪੈਂਦੀ ਤੇ ਗਰਮੀ ਦੀ ਰੁੱਤ ਵਿੱਚ ਗਰਮੀ ਲੱਗਦੀ, ਤੇ ਜਿੱਥੇ ਹਵਾ ਪਵਨ ਹਵਾ ਦੀ ਨਹੀਂ ਸੀ ਨਾ ਪਹੁੰਚ ਹੋਈ, ਤਹਾਂ ਪੰਖਾ ਹੈ ਕੀਆ, ਉੱਥੇ ਸਮਝਦਾਰਾਂ ਨੇ ਪੰਖਾ ਜਿਹੜਾ, ਹਾਂਜੀ ਪੰਖਾ ਹਵਾ ਚੱਲਣ ਵਾਸਤੇ ਪੱਖਾ ਬਣਾਉਣਾ ਕੀਆ ਕਹੀਏ ਕੀਤਾ ਹੈ। ਕਈ ਵਿਦਵਾਨ ਇੱਥੇ ਅਰਥ ਕਰ ਲੈਂਦੇ ਆ ਵੀ ਸਾਇੰਸਦਾਨਾਂ ਨੇ ਪੱਖਾ ਬਣਾਉਣਾ ਕੀਤਾ, ਆਪਾਂ ਉਹ ਨਹੀਂ ਲਾਉਣਾ, ਕਿਉਂਕਿ ਚਾਣਕੇ ਰਿਸ਼ੀ ਵੇਲੇ ਪੱਖੇ ਪੁੱਖੇ ਨਹੀਂ ਸੀ ਹੈਗੇ। ਪੱਖੇ ਤੇ ਹੁਣ ਨਵੀਂ ਦੇਣ ਆਈ ਆ, ਪਹਿਲਾਂ ਲੋਕ ਪੱਖੀਆਂ ਝੱਲਦੇ ਰਹੇ, ਪੱਖੇ ਝੱਲਦੇ ਰਹੇ, ਘਰੇ ਬਣਾਉਂਦੇ ਬੜੇ ਸੋਹਣੇ ਹੁੰਦੀਆਂ ਪੱਖੀਆਂ ਬਣਾਉਣੀਆਂ, ਤੇ ਉਹਨਾਂ ਦੇ ਨਾਲ ਪੱਖੇ ਝੱਲਣੇ। ਤੇ ਰਾਜੇ ਲੋਕ ਬੈਠੇ ਹੁੰਦੇ ਸੀ ਸਭਾ ਵਿੱਚ, ਜਿੱਥੇ ਗਰਮੀ ਲੱਗਣੀ, ਘਰਾਂ ਵਿੱਚ ਪੱਖੇ ਹੀ ਹੁੰਦੀਆਂ ਸੀ, ਪੱਖੀਆਂ ਪੱਖੇ ਜੇ ਝੱਲਣੇ। ਸੋ ਸੁਭਾਅ ਨਾਲ ਅਰਥ ਲੈਣਾ, ਕਿਉਂਕਿ ਉਹਦੇ ਮੁਤਾਬਕ ਚਾਣਕ ਰਿਸ਼ੀ ਨੇ ਲਿਖਿਆ ਵਾ। ਹਾਂ, ਜਾਂ ਆਪਾਂ ਆਪਣੀ ਮਰਜ਼ੀ ਨਾਲ ਕਹਿ ਸਕਦੇ ਹਾਂ ਕਿ ਵੇਖ ਲਓ ਜਿੱਥੇ ਹਵਾ ਨਹੀਂ ਹੁੰਦੀ ਉੱਥੇ ਪੱਖੇ ਤਿਆਰ ਕੀਤੇ ਸਾਇੰਸਦਾਨਾਂ ਨੇ, ਪਰ ਪਹਿਲਾ ਅਰਥ ਉਸ ਪੱਖ ਨਾਲ ਹੀ ਲੱਗਣਾ ਪੁਰਾਤਨ ਮੁਤਾਬਕ ਹੀ, ਕਿ ਜਹਾਂ ਜਿੱਥੇ ਪਵਨ ਹਵਾ ਨਾ ਹੋਏ ਨਹੀਂ ਸੀ ਹੁੰਦੀ, ਹੋਏ ਕਹੀਏ ਹੁੰਦੀ, ਤਾਂ ਕਹੀਏ ਉੱਥੇ ਪੰਖਾ ਹਵਾ ਚੱਲਣ ਵਾਸਤੇ ਸਿਆਣਿਆਂ ਪੁਰਸ਼ਾਂ ਨੇ ਪੱਖਾ ਬਣਾਉਣਾ ਕੀਤਾ ਹੈ, ਤੇ ਉਹ ਪੱਖਾ ਚੱਲਦੇ ਰਹੇ। ਜਗ ਮੈਂ ਉਪਾਏ ਸਭ ਕਾ ਕੀਆ, ਕਹਿੰਦੇ ਵੀ ਜਗ ਮੈਂ ਸੰਸਾਰ ਦੇ ਵਿੱਚ ਸਭ ਦਾ ਜਿਹੜਾ ਨਾ, ਸਾਰੇ ਕੰਮਾਂ ਦਾ ਹੀ, ਜਗ ਮੈਂ ਉਪਾਏ ਸਭ ਕਾ ਕੀਆ। ਹਾਂਜੀ,
ਸੰਸਾਰ ਦੇ ਵਿੱਚ ਜਿਹੜਾ ਸਭ ਕਾ ਸਾਰੇ ਕੰਮਾਂ ਦਾ ਉਪਾਏ ਯਤਨ ਕੋਈ ਨਾ ਕੋਈ ਯਤਨ ਹੀਲਾ ਕੀਤਾ ਗਿਆ ਹੈ। ਸਰਬ ਗ੍ਰੰਥਨ ਮੈਂ ਕਹਾ, ਅਤੇ ਫਿਰ ਸਰਬ ਗ੍ਰੰਥਨ ਸਾਰੇ ਗ੍ਰੰਥਾਂ ਦੇ ਮੈਂ ਕਹੀਏ ਵਿੱਚ ਵੀ ਕਥਨ ਕੀਤਾ ਗਿਆ ਹੈ, ਦੱਸਿਆ ਗਿਆ ਵੀ ਇਹਦਾ ਇੱਦਾਂ ਕਰ ਲਓ, ਇਹਦਾ ਇੱਦਾਂ ਕਰ ਲਓ। ਦੁਰਜਨ ਚਿੱਤ ਕੇ ਬ੍ਰਿਤ ਹਰਨ ਕੋ, ਗੱਲ ਜਿੱਥੇ ਲਿਆਉਣੀ ਉੱਥੇ ਲਿਆਂਦੀ ਹੈ। ਦੁਰਜਨ ਨਾਮ ਹੁੰਦਾ ਵਾ ਬੜੀ ਹਾਰਾ ਚੁੱਕਾ ਖੋਟਾ ਜਨ, ਖੋਟਾ ਮਨੁੱਖ, ਹਾਂਜੀ ਮੂਰਖ ਮਨੁੱਖ। ਪਰ ਜਿਹੜੇ ਕਹਿੰਦੇ ਮਨੁੱਖ ਹੈ ਨਾ, ਖੋਟੇ ਮਾੜੇ ਬੰਦੇ, ਖੋਟੇ ਪੁਰਖਾਂ ਦੇ ਚਿੱਤ ਦੀ ਜਿਹੜੀ ਖੋਟੇ ਪੁਰਖਾਂ ਦੇ ਕੇ ਕਹੀਏ ਦੇ ਖੋਟੇ ਪੁਰਖਾਂ ਦੀ ਜਿਹੜੀ ਚਿੱਤ ਦੀ ਬਿਰਤੀ ਆ ਨਾ, ਹਾਲਤ ਆ, ਦਸ਼ਾ ਆ, ਉਸ ਦਸ਼ਾ ਨੂੰ ਹਰਨ ਕੋ ਕਹੀਏ, ਨਾਸ ਕਰਨ ਨੂੰ। ਬਿਦ ਥਕ ਰਹਾ, ਬਿਦ ਨਾਮ ਬ੍ਰਹਮਾ ਦਾ, ਬ੍ਰਹਮਾ ਵੀ ਇਲਾਜ ਲੱਭਦਾ ਥੱਕ ਕੇ ਰਹਾ ਗਈ, ਰਹਿ ਗਿਆ, ਥੱਕ ਹੀ ਗਿਆ। ਫੇਰ ਹੀ ਉਹਨੂੰ ਕੋਈ ਨਾ ਤਰੀਕਾ ਮਿਲਿਆ, ਨਾ ਦਵਾਈ ਮਿਲੀ ਵੀ ਇਹ ਜਿਹੜੇ ਖੋਟੇ ਮਾੜੇ ਬੰਦੇ ਆ ਉਹਨਾਂ ਨੂੰ ਕਿਵੇਂ ਸਮਝਾਇਆ ਜਾ ਸਕੇ। ਉਹ ਤੇ ਨਹੀਂ ਸਮਝਦੇ। ਮਨਮੁਖ ਲੋਕ ਸਮਝ ਆਈ ਹੈ, ਕਦੋਂ ਸਮਝਾਇਆ ਜਾਏ, ਨਹੀਂ ਸਮਝਦੇ। ਆਪ ਨਾ ਦੇ ਚੁਰੂ ਭਰ ਪਾਣੀ, ਤੇ ਨਿੰਦ ਹੈ ਜਹ ਗੰਗਾ ਆਨੀ, ਤੇ ਬ੍ਰਹਮਾ ਹੂੰ ਕੋ ਕਹਿਓ ਨਾ ਮਨ ਹੈ। ਉਹਦੇ ਬ੍ਰਹਮਾ ਦਾ ਵੀ ਕਹਿਆ ਨਹੀਂ ਮੰਨਦੇ। ਖੋਟੇ ਮੂਰਖ ਆਂਦੇ ਬ੍ਰਹਮਾ ਕਹਿੰਦੇ ਮੈਂ ਤੁਹਾਨੂੰ ਬਣਾਇਆ, ਤੇ ਕਹਿੰਦੇ ਸਾਣ ਕੀਤੇ ਬਣਾਇਆ, ਤੇ ਆਪਣਾ ਕੰਮ ਕਰ, ਹੁਣ ਜਿੱਥੇ ਲੱਗੇ ਰਹਿਣ ਦੇ। ਮੂਰਖ ਦੀ ਕੋਈ ਦਵਾ ਨਹੀਂ। ਹਾਂਜੀ, ਦੁਰਜਨ ਚਿੱਤ ਕੇ ਬ੍ਰਿਤ ਹਰਨ ਕੋ, ਖੋਟੇ ਮਨੁੱਖਾਂ ਦੇ ਚਿੱਤ ਦੇ ਕੇ ਦਾ ਅਰਥ ਦੇ ਲਾਉਣਾ, ਦੇ ਕੋ ਦਾ ਅਰਥ ਨੂੰ ਲਾਉਣਾ। ਵੀ ਖੋਟੇ ਪੁਰਖਾਂ ਦੇ ਜਿਹੜੇ ਚਿੱਤ ਦੀ ਬਿਰਤੀ ਹੈ ਨਾ, ਦਸ਼ਾ ਹਾਲਤ, ਜਿਹੜੇ ਖਿਆਲ ਉਹਨਾਂ ਦੇ, ਬਿਰਤੀ ਨਾਮ ਖਿਆਲ ਦਾ ਵੀ ਹੁੰਦਾ, ਬਿਰਤੀ ਨਾਮ ਹਾਲ ਦਾ, ਬਿਰਤੀ ਨਾਮ ਦਸ਼ਾ ਦਾ, ਬਿਰਤੀ ਨਾਮ ਬਿਰਤੀ ਦਾ। ਉਸ ਚਿੱਤ ਦੀ ਬਿਰਤੀ ਨੂੰ ਹਰਨ ਕੋ, ਬਿਰਤੀ ਮਨ ਦੀ ਹੁੰਦੀ, ਚਿੱਤ ਦੀ ਹੁੰਦੀ ਹੈ, ਚਾਰ ਬਿਰਤੀਆਂ ਹੁੰਦੀਆਂ। ਚਿੱਤ ਦੀ ਜਾਂ ਮਨ ਦੀ ਬਿਰਤੀ ਨੂੰ ਨਾਸ ਕਰਨ ਲਈ, ਹਰਨ ਕੋ ਨਾਸ ਕਰਨ ਨੂੰ, ਇਹ ਨਾਸ ਕਰਦਾ ਹੀ। ਵੇਦ ਬ੍ਰਹਮਾ ਵੀ ਥੱਕ ਕੇ ਰਹਿ ਗਿਆ, ਪਰ ਨਹੀਂ ਦਵਾਈ ਲੱਭੀ, ਕੋਈ ਹੱਲ ਨਹੀਂ ਲੱਭਾ। ਕਈ ਥਾਵਾਂ ਤੇ ਜਿੱਥੇ ਲਿਖਿਆ ਦੁਰਜਨ ਚਿੱਤ ਕੇ ਬ੍ਰਿਤ ਹਰਨ ਕੇ, ਖੋਟੇ ਪੁਰਖਾਂ ਦੇ ਚਿੱਤ ਦੀ ਬੇਤੀ ਨੂੰ ਹਰਨ ਕੇ ਕਹੀਏ ਨਾਸ ਕਰਨ, ਤੇ ਕੇ ਦਾ ਅਰਥ ਦੇ ਨਾਸ ਕਰਨ ਦੇ ਲਈ ਜਿਹੜਾ ਵੇਦ ਆ, ਬ੍ਰਹਮਾ ਵੀ ਥੱਕ ਕੇ ਹਾਰ ਕੇ ਹੰਬ ਕੇ ਰਹਿ ਗਿਆ ਵਾ। ਉਹ ਨਹੀਂ ਸਮਝਦੇ, ਉਹ ਨਹੀਂ ਇਹ ਗੱਲ ਲਾਉਂਦੇ। ਇਤ ਸ੍ਰੀ ਰਾਜਨੀਤ, ਇਤ ਸ੍ਰੀ ਚਾਣ ਕੈ ਰਾਜਨੀਤ ਗ੍ਰੰਥੇ ਨਾਮ ਚਤੁਰਦਸੋਮੋ ਅਧਿਆਏ। ਇੱਥੇ ਸ਼੍ਰੋਮਣੀ ਸਭਾਏਮਾਨ ਚਾਣਕੇ ਰਾਜਨੀਤੀ ਗ੍ਰੰਥ ਦਾ ਨਾਮੇ ਗ੍ਰੰਥ ਦਾ ਚਤਰ 4 ਦਸਮੋਂ ਕਹੀਏ 10 4 14 ਦਾ 14ਵਾਂ ਜਿਹੜਾ ਅਧਿਆਇ ਸਮਾਪਤ ਹੋਇਆ। ਕਈ ਥਾਵਾਂ 'ਤੇ ਲਿਖਿਆ ਹੈ ਕਿ ਗ੍ਰੰਥ ਨਾਮ 14ਵਾਂ ਅਧਿਆਇ, ਪਰ 14ਵਾਂ ਅਧਿਆਇ ਚਤੁਰਦਸਮੋਂ, ਹਾਂਜੀ ਚਤੁਰਦਸੋਂ 14ਵਾਂ ਇੱਕ ਹੀ ਗੱਲ ਹੈ। ਇੱਥੇ ਅਧਿਆਇ ਸਮਾਪਤ ਹੁੰਦਾ ਹੈ। 14 ਅਧਿਆਇ ਸਮਾਪਤ ਹੋ ਚੁੱਕੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ। ਤੇ ਕੱਲ ਆਪਾਂ ਜਿਹੜਾ ਵਾ 15ਵਾਂ ਅਧਿਆਇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੜਾਂਗੇ। ਹੁਣ ਇੱਥੇ ਹੀ ਇਹਦੀ ਸਮਾਪਤੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਕਰੀਏ। ਜਗ ਮੈਂ ਉਪਾਏ ਸਭ ਕਾ ਕੀਆ, ਸਰਬ ਗ੍ਰੰਥਨ ਮੈਂ ਕਹਾ, ਦੁਰਜਨ ਚਿਤ ਕੇ ਬ੍ਰਿਤ ਹਰਨ ਕੋ, ਬਿਦ ਥਕ ਰਹਾ।
ਹਿਤ ਸ੍ਰੀ ਚਾਣਕ ਰਾਜ ਨੀਤ ਗ੍ਰੰਥ ਨਾਮ ਚੌਦਮੋ ਚਤੁਰਦਸਮੋ ਅਧਿਆਏ। ਚਤੁਰਦਸਮੋ ਕਹਿ ਲੋ, 14ਵਾਂ ਕਹਿ ਲੋ, ਇੱਕ ਹੀ ਗੱਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।